ਹਾਂਜੀ अस्सलाम वालेकुम सत श्री अकाल नमस्कार ते दंगे मातरम साथियों सुनाओ की हाल चाल। लाहौर कलंदर सैमीफाइनल च पहुँच गई पर यह आ भी लाहौर कलंदर तो सैमीफाइनल च पहुँच गई आ पर करोना वायरस ने ना बड़ा सिस्टम खराब कर दिता आ। स्टेडियम खाली आ जानी कि करोना वायरस ने तो हुण नवां मिर्जा लिखण वास्ते मजबूर कर दिता है। कहते ने कुत्ती मरे करोना वायरस दी जिन्हें PSL दे स्वाद किरकरे करे ते स्टेडियम दियां सीटां हो गईयां सुन्नियां ते विच लाहौर कलंदर फिरे। बड़ा वधिया होया मैच, जबरदस्त होया, जित के पहली पार्टनरशिप सी जिहड़ी उन्हें बेस बन्निया मैच दा ते फखर जमान बड़ा वधिया खेडिया ते लिन ने तो कमाल कर दी। बाकी कुवेटा ग्लैडीएटर वालियां नाल बड़ी माड़ी हुई, उन्हां नाल तो उही गल हुई भी फौजां जित के अंत नूं हारियां। शाह मुहम्मद एक सरकार बाजों फौजां जित के अंत नूं हारियां। मैच भी जित गए पर वो पॉइंट सिस्टम का इहो जिहा रौला सी भी काम खराब हो गया। सैमीफाइनल तो बाहर हो गए, कराची किंग आ गए। कराची किंग नाल ही आ हुण लाहौर कलंदर दा मैच। पर उन्हां दियां कुछ गलतियां सी, जिवें सरफराज नूं नहीं सी आउणा चाहीदा पहिलां। वो जिहड़ा मुंडा दूजे मोइन खान दा मुंडा आ ना, ਉਹਨੂੰ ਘਲਾਉਣਾ ਚਾਹੀਦਾ ਸੀ। ਉਹ बड़ा वधिया हिट रहा ਤੇ पाकिस्तान दी टीम दा फ्यूचर भी आ। बाकी ये आ भी लाहौर कलंदर ਤਾਂ ਜਿੱਤ ਗਈ ਤੇ ਦਿੱਲੀ ਦੇ ਵਿੱਚ ਕੁਝ ਹੋਰ ਜਸ਼ਨ ਮਨਾਏ ਜਾ ਰਹੇ ਆ। ਦਿੱਲੀ ਦੇ ਵਿੱਚ ਗਊ ਮੂਤਰ ਪਾਰਟੀ ਚੱਲ ਰਹੀ ਆ ਤੇ ਉਹ ਪਹਿਲਾਂ ਤਾਂ ਲੋਕੀ ਪਾਰਟੀਆਂ ਕਰਦੇ ਹੁੰਦੇ ਸੀ ਜੀ, ਆ ਬੈਚਲਰ ਪਾਰਟੀ ਆ ਬਰਥਡੇ ਪਾਰਟੀ ਆ ਤੇ ਆ ਫਲਾਣੀ ਪਾਰਟੀ ਆ। ਉਹ ਉੱਥੇ ਗਊ ਮੂਤਰ ਪਾਰਟੀ ਚੱਲ ਰਹੀ ਆ। ਸਵਾਮੀ ਚੱਕਰਪਾਣੀ ਜੀ ਆ ਜਿਹੜੇ ਸਵਾਮੀ ਚੱਕਰਪਾਣੀ ਜੀ ਉਹ ਉਸ ਪਾਰਟੀ ਨੂੰ ਮਤਲਬ ਚਲਾ ਰਹੇ ਆ ਤੇ ਬੜੀ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਆ। ਤੇ ਉਹਨਾਂ ਨੇ ਮੀਡੀਆ ਵਾਲੇ ਵੀ ਉੱਥੇ ਆਏ ਤੇ ਉਹਨਾਂ ਨੇ ਪੁੱਛਿਆ ਵੀ ਭਾਈ ਤੁਸੀਂ ਕੀ ਹਿਸਾਬ ਕਿਤਾਬ ਕਿਵੇਂ, ਤੇ ਉਹ ਕਹਿੰਦੇ ਵੀ ਇਹ ਤਾਂ ਬਿਲਕੁਲ ਲਾਜ਼ਮੀ ਕਰ ਦੇਣਾ ਚਾਹੀਦਾ ਆ ਵੀ ਏਅਰਪੋਰਟਾਂ ਤੇ ਵੀ ਜਿਹੜੇ ਬਾਹਰਲੇ ਲੋਕ ਆਉਂਦੇ ਆ ਉਹਨਾਂ ਨੂੰ ਵੀ ਗਊ ਮੂਤਰ ਪਿਆਉਣਾ ਚਾਹੀਦਾ ਆ ਤੇ ਜਿਹੜੇ ਮਤਲਬ ਲੋਕਲ ਹੈ ਆ ਜਾਂ ਉੱਥੇ ਕੰਮ ਕਰਦੇ ਉਹਨਾਂ ਵਾਸਤੇ ਤਾਂ ਜ਼ਰੂਰੀ ਹੈ ਹੀ ਆ। ਤੇ ਉੱਥੇ ਗੋਬਰ ਲੇਪ ਵੀ ਕਰ ਦੇਣਾ ਚਾਹੀਦਾ ਆ ਏਅਰਪੋਰਟਾਂ ਤੇ ਵੀ ਕਰੋਨਾ ਵਾਇਰਸ ਜਿਹੜਾ ਆ ਨਾ ਉਹ ਖਤਮ ਹੋ ਜਾਊਗਾ ਇਹਦੇ ਨਾਲ। ਤੇ ਪਹਿਲਾਂ ਤਾਂ ਇਹ ਨਾਰਾ ਲਾਉਂਦੇ ਪਏ ਸੀ ਗੋ ਕਰੋਨਾ ਗੋ, ਤੇ ਸਵਾਮੀ ਚੱਕਰਪਾਣੀ ਕਹਿੰਦੇ ਵੀ ਨਹੀਂ ਇਹਦੇ ਨਾਲ ਵਾਇਰਸ ਜਿਹੜਾ ਆ ਉਹ ਜ਼ਿਆਦਾ ਅਗਰੈਸਿਵ ਹੋ ਜਾਊਗਾ। ਤੁਸੀਂ ਇਹ ਕਹਿਣਾ ਆ ਵੀ ਸ਼ਾਂਤ ਕਰੋਨਾ ਸ਼ਾਂਤ। ਹਵਨ ਹੁਵਨ ਹੋ ਰਹੇ ਆ ਤੇ ਬੜਾ ਵਧੀਆ ਸਾਰਾ ਕੁਝ ਸਿਸਟਮ ਚੱਲ ਰਿਹਾ। ਚੱਕਰਪਾਣੀ ਜੀ ਆਪ ਵੀ ਗਊ ਮੂਤਰ ਪੀ ਰਹੇ ਆ, ਲੋਕਾਂ ਨੂੰ ਵੀ ਪਿਆ ਰਹੇ ਆ। ਤੇ ਮੈਂ ਤਾਂ ਇਹ ਹਿਸਾਬ ਲਾਉਣਾ ਵੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਇਹਨਾਂ ਨੇ ਵੀ ਇਹ ਕੰਪਲਸਰੀ ਕਰ ਦੇਣਾ ਆ। ਤੁਹਾਡੀ ਦੇਸ਼ ਭਗਤੀ ਇੱਥੋਂ ਸਾਬਤ ਹੋਣੀ ਆ ਵੀ ਜੇ ਤੁਸੀਂ ਗਊ ਮੂਤਰ ਪੀਓਗੇ ਤੇ ਤੁਸੀਂ ਦੇਸ਼ ਭਗਤ ਆ, ਅਦਰਵਾਈਜ਼ ਤੁਸੀਂ ਗਦਾਰ ਆ। ਕਿਉਂਕਿ ਗਦਾਰ ਦਾ ਟੈਗ ਤਾਂ ਇਹ ਉਸੇ ਵੇਲੇ ਲਾ ਦਿੰਦੇ ਆ। ਤੇ ਇਹ ਤਾਂ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪਹਿਲਾਂ ਸ਼ਰਾਬ ਦੇ ਠੇਕੇ ਆ ਨਾ, ਤੇ ਗਊ ਮੂਤਰ ਦੇ ਵੀ ਠੇਕੇ ਖੁੱਲ ਜਾਣੇ ਆ ਤੇ ਲੋਕਾਂ ਨੇ ਆਦੀ ਹੋ ਜਾਣਾ ਆ ਇਹਦਾ ਵੀ। ਮੈਂ ਤਾਂ ਅੱਗੇ ਸੋਚਦਾ ਪਿਆ ਵੀ ਇਹ ਵਿਆਹਾਂ ਦੇ ਵਿੱਚ ਵੀ ਸਟਾਲ ਲੱਗਿਆ ਕਰਨੇ ਆ ਵੀ ਇੱਕ ਗਊ ਮੂਤਰ ਦਾ ਸਟਾਲ ਹੋਇਆ ਕਰੂਗਾ, ਉੱਥੇ ਪਿਆ ਹੋਇਆ ਕਰੂਗਾ ਤੇ ਲੋਕੀ ਕਹਿਣਗੇ ਹਨਾ, ਵੇਖਣਗੇ ਵੀ ਕਿਹੜਾ ਬ੍ਰਾਂਡ ਆ, ਬਾਬਾ ਰਾਮਦੇਵ ਵਾਲਾ ਆ, ਇਹ ਵਾਵਾ ਤੇਜ਼ ਆ ਤੇ ਇਧਰ ਨੂੰ ਚੱਲੀਏ। ਤੇ ਬਾਕੀ ਠੇਕੇ ਬਣ ਗਏ ਤੇ ਹੋਰ ਸਿਸਟਮ ਹੋ ਜਾਣਾ। ਮੈਂ ਹਿਸਾਬ ਲਾਉਣਾ ਸਾਰਾ ਕਲਚਰ ਹੀ ਚੇਂਜ ਹੋ ਜਾਣਾ ਆ। RSS ਜੋ ਚਾਹੁੰਦੀ ਆ ਨਾ ਗਊ ਮੂਤਰ ਦੇ ਪਿੱਛੇ ਜੋ ਇਹਨਾਂ ਦਾ ਹੈ ਆ ਮਤਲਬ ਸੋਚ, ਇਹਨਾਂ ਨੇ ਬਿਲਕੁਲ ਉਹ ਚੇਂਜ ਕਰ ਦੇਣਾ ਆ। ਗਾਣੇ ਬਣਨ ਲੱਗ ਜਾਣੇ ਆ। ਲੋਕਾਂ ਨੇ ਜਦੋਂ ਵਿਆਹਾਂ ਤੇ ਐਵੇਂ ਗਊ ਮੂਤਰ ਪਿਆਇਆ ਤੇ ਲੋਕਾਂ ਨੇ ਗੱਲਾਂ ਕਰਨੀਆਂ ਆ ਵੀ ਭਾਈ ਮਿਸ਼ਰਾ ਜੀ ਨੇ ਤਾਂ ਕਮਾਲ ਕਰ ਦਿੱਤੀ, 2.5-3 ਲੱਖ ਦਾ ਤਾਂ ਮੂੰਹ ਤੇ ਪਿਆ ਦਿੱਤਾ ਤੇ ਉਹ ਵੀ ਬਾਬਾ ਰਾਮਦੇਵ ਦਾ। ਉਹ ਨਹੀਂ ਸੱਚ ਬਾਬਾ ਰਾਮਦੇਵ ਦੀਆਂ ਗਾਵਾਂ ਦਾ ਵੀ ਮਤਲਬ ਇਹੋ ਜਿਹੀ ਗੱਲ ਹੋ ਜਾਣੀ ਆ। ਤੇ ਬੀਬੀਆਂ ਨੇ ਵੀ ਗੱਲਾਂ ਕਰਿਆ ਕਰਨੀਆਂ ਆ ਵੀ ਭਾਈ ਰਾਤ ਸਾਡੇ ਗਊ ਮੂਤਰ ਪਾਰਟੀ ਸੀ, ਇਹਨਾਂ ਦੇ ਫਰੈਂਡ ਆਏ ਤੇ ਰਾਤ 2 ਵਜੇ ਤੱਕ ਪੀ ਕੇ ਗਊ ਮੂਤਰ ਤੇ ਕੰਧਾਂ 'ਚ ਵੱਜਦੇ ਰਹੇ। ਇਹ ਸਿਸਟਮ ਬਣ ਜਾਣਾ ਆ। ਚਲੋ ਇਹ ਤਾਂ ਗੱਲ ਆ ਹਾਸੇ ਮਜ਼ਾਕ ਵਾਲੀ, ਪਰ ਇਹ ਗੱਲਾਂ ਸੀਰੀਅਸ ਆ ਜਿਹੋ ਜਿਹਾ ਸਿਸਟਮ ਚੱਲਦਾ ਪਿਆ ਆ ਨਾ। ਕਿਉਂਕਿ ਬ੍ਰਾਹਮਣ ਦੇਵਤੇ ਨੇ ਆਪਦੇ ਸਾਰੇ ਲਾ ਲਾਗੂ ਕਰਨੇ ਆ। ਉਹਨਾਂ ਨੇ ਮਤਲਬ
ਜਿਹੜੀ ਮਨੂ ਸਿਮਰਤੀ ਆ ਉਹਦੇ ਹਿਸਾਬ ਕਿਤਾਬ ਨਾਲ ਸਾਰਾ ਸਿਸਟਮ ਚਲਾਉਣਾ ਆ, ਤੇ ਉਹਨਾਂ ਨੇ ਬਿਲਕੁਲ ਇਹ ਲਾਗੂ ਕਰਨਾ ਹੀ ਕਰਨਾ ਆ ਵੀ ਭਾਈ ਇਹ ਗਊ ਮੂਤਰ ਵੀ ਲਾਜ਼ਮੀ ਆ, ਤੇ ਸਾਰੇ ਭਾਰਤੀਆਂ ਨੂੰ ਭਾਰਤ ਮਾਤਾ ਕੀ ਜੈ ਉਹਦੀ ਤਾਂ ਹੀ ਮੰਨੀ ਜਾਊਗੀ ਜਿਹੜਾ ਗਊ ਮੂਤਰ ਪੀਊਗਾ। ਤੇ ਇਹਨਾਂ ਨੇ ਵੇਖ ਲਿਓ ਵੀ ਇਹਨਾਂ ਨੇ ਤਲਾਅ ਵੀ ਬਣਾ ਦੇਣੇ ਆ ਵੀ ਜਿੱਥੇ ਗੋਬਰ ਇਸ਼ਨਾਨ ਹੋਊਗਾ ਉੱਥੇ ਤੁਸੀਂ ਗੋਬਰ ਇਸ਼ਨਾਨ ਕਰੋ, ਤੇ ਭਾਰਤੀ ਹੋਣ ਦਾ ਸਰਟੀਫਿਕੇਟ ਲਓ, ਦੇਸ਼ ਭਗਤ ਹੋਣ ਦਾ। ਪਰ ਇਹ ਆ ਵੀ ਦੁਨੀਆ ਦੇ ਵਿੱਚ ਥੂ ਥੂ ਹੁੰਦੀ ਪਈ ਚਾਰ ਚਫੇਰੇ। ਜਿਹੜਾ ਅਮਰੀਕਨ ਮੀਡੀਆ ਆ, ਅਮਰੀਕਨ ਮੀਡੀਆ ਬੜੀ ਫੱਟੀ ਪੋਚਦਾ ਪਿਆ ਆ ਇਹਨਾਂ ਦੀ, ਤੇ ਜਿਹੜੇ ਸਟਾਇਰਸ ਆ ਉਹ ਵੀ ਮਤਲਬ ਇਹਨਾਂ ਦੀਆਂ ਤਸੱਲੀਆਂ ਕਰਾਉਂਦੇ ਪਏ ਆ ਵੀ ਪੁੱਛੋ ਹੀ ਨਾ ਕੁਛ। ਤੇ ਉਹ ਦੂਜੇ ਪਾਸੇ ਇਹ ਆ ਵੀ ਮੋਦੀ ਨੇ ਜਾਣਾ ਸੀ ਬੰਗਲਾਦੇਸ਼, ਤੇ ਉਹ ਕੰਮ ਖਰਾਬ ਹੋ ਗਿਆ ਕਿਉਂਕਿ ਉੱਥੇ ਉਹ ਜਿਹੜੀਆਂ ਮਜ਼ਹਬੀ ਤਨਜ਼ੀਮਾਂ ਆ ਉਹ ਪ੍ਰੋਟੈਸਟ ਕਰਦੀਆਂ ਪਈਆਂ ਆ। ਉੱਥੇ ਉਹਨਾਂ ਨੂੰ ਵੀ ਡਰ ਆ ਵੀ ਮਾਹੌਲ ਕਿਤੇ ਖਰਾਬ ਨਾ ਹੋ ਜਾਵੇ। ਤੇ ਜਿਹੜੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਆ ਉਹਨੇ ਵੀ ਫਿਰ ਕਹਿ ਦਿੱਤਾ ਵੀ ਛੜੇ ਮੋਦੀ ਨੂੰ ਲੱਸੀ ਨਹੀਂ ਪਿਆਉਣੀ ਤੇ ਇਮਰਾਨ ਖਾਨ ਭਾਵੇਂ ਮੱਝ ਚੁੰਗ ਜੇ। ਤੇ ਉਹ ਗੱਲ ਵਾਕਿਆ ਹੀ ਉਵੇਂ ਹੋ ਗਈ, ਉਹਨਾਂ ਨੇ ਜਵਾਬ ਦੇ ਦਿੱਤਾ। ਤੇ ਹੁਣ ਇਹ ਉਹ ਬਸ਼ਰਮੋ ਬਸ਼ਰਮੀ ਜਿਵੇਂ ਹੁਣ ਉਹਨੂੰ ਅਸੈਪਟ ਨਹੀਂ ਕਰਦੇ ਪਏ ਵੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਆ, ਇਹਨਾਂ ਨੇ ਕਹਿੰਦੇ ਪਏ ਨਹੀਂ ਅਸੀਂ ਆਪ ਹੀ ਮਤਲਬ ਜਵਾਬ ਦਿੱਤਾ ਆ, ਪਰ ਨਹੀਂ ਉਹਨਾਂ ਨੇ ਜਵਾਬ ਦਿੱਤਾ। ਇਹ ਜੋ ਸਿਸਟਮ ਚੱਲਦਾ ਪਿਆ ਆ ਨਾ, ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਓ ਇਹ ਸਾਰੇ ਮੁਲਕਾਂ ਦੇ ਵਿੱਚ ਐਵੇਂ ਹੋ ਜਾਣਾ ਆ। ਖਾਸ ਕਰਕੇ ਜਿੰਨੇ ਮੁਸਲਮਾਨ ਕੰਟਰੀ ਆ, ਇਰਾਨ ਨੇ ਵੀ ਬੜਾ ਸਖਤ ਸਟੈਂਡ ਲਿਆ ਆ, ਤੁਰਕੀ ਨੇ ਵੀ ਲਿਆ ਆ, ਤੇ ਮੋਦੀ ਸਾਹਿਬ ਨੂੰ ਤੁਹਾਨੂੰ ਪਤਾ ਹੀ ਆ ਵੀ ਝੋਲਾ ਚੁੱਕ ਕੇ ਘੁੰਮਣ ਦੀ ਆਦਤ ਆ, ਤੇ ਉਹਦੇ ਤੇ ਹੁਣ ਥੋੜੀ ਜਿਹੀ ਰੋਕ ਲੱਗੂਗੀ। ਨਹੀਂ ਤਾਂ ਇਹਨਾਂ ਨੇ ਤਾਂ ਤਮਾਸ਼ਾ ਬਣਾਇਆ ਹੋਇਆ ਸੀ, ਇਹਨਾਂ ਨੂੰ ਐਂ ਲੱਗਦਾ ਸੀ ਇੱਥੇ ਅਸੀਂ ਜੋ ਮਰਜ਼ੀ ਕਰੀ ਜਾਵਾਂਗੇ, ਤੇ ਬਾਹਰ ਅਸੀਂ ਬਹੁਤ ਵੀ ਅਸੀਂ ਜੀ ਡੈਮੋਕ੍ਰੇਸੀ ਹੈਗੀ ਤਾਂ ਐਕਚੁਅਲੀ ਡਰਾਮਾਕ੍ਰੇਸੀ ਆ, ਪਰ ਇਹ ਲੋਕਾਂ ਨੂੰ ਕਹਿੰਦੇ ਆ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਫਿਰ ਇੱਕ ਦੂਜੀ ਗੱਲ ਇਹ ਕਰਦੇ ਆ ਕਈ ਜਿਹੜੇ ਮੋਦੀ ਦੇ ਭਗਤ ਆ, ਉਹ ਇਹ ਗੱਲ ਕਹਿੰਦੇ ਆ ਤੁਸੀਂ ਕਹਿੰਦੇ ਬਾਹਰ ਵਾਲੇ ਜ਼ਿਆਦਾ ਰੌਲਾ ਪਾਉਣੇ ਆ, ਇੱਥੇ ਤਾਂ ਕੁਛ ਹੈ ਨਹੀਂ। ਉਹ ਇਹਨਾਂ ਨੂੰ ਇਹ ਬੰਦਾ ਪੁੱਛੇ ਵੀ ਡੈਮੋਕ੍ਰੇਸੀ ਤਾਂ ਵੇਖੀ ਬਾਹਰ ਵਾਲਿਆਂ ਆ, ਜਿੰਨਾ ਚਿਰ ਅਸੀਂ ਉੱਥੇ ਸੀ ਅਸੀਂ ਵੀ ਉਹੀ ਜਿਵੇਂ ਕਹਿੰਦੇ ਹੁੰਦੇ ਖੋਤਿਆਂ ਤਰ੍ਹਾਂ ਤੁਰੇ ਆਉਂਦੇ ਸੀ ਉਸ ਲੀਹ ਦੇ ਵਿੱਚ, ਵੀ ਇਹ ਹੀ ਡੈਮੋਕ੍ਰੇਸੀ ਹੁੰਦੀ ਆ। 5 ਸਾਲਾਂ ਬਾਅਦ ਵੋਟਾਂ ਆ ਗਈਆਂ, 2-4 ਦਿਨ ਲਾਲਾ ਹੈਂ, ਲੋਕਾਂ ਨੂੰ ਸ਼ਰਾਬਾਂ ਪਿਆਤੀਆਂ, ਹੋਰ ਸਾਰਾ ਕੁਛ ਕਰ ਦਿੱਤਾ, ਕੁਛ ਖਰੀਦ ਲਿਆ, ਕੁਛ ਵੇਚ ਲਿਆ, ਕਿਸੇ ਨੇ ਪੈਸੇ ਵੱਟ ਲਏ, ਤੇ ਚਲੋ ਬੱਲੇ ਬੱਲੇ ਜੀ ਸਰਕਾਰ ਬਣ ਗਈ। ਉਦੋਂ ਬਾਅਦ ਜੇ ਤੁਸੀਂ ਕੋਈ ਤਾਂ ਹੱਕ ਮੰਗਦੇ ਆ, ਪ੍ਰੋਟੈਸਟ ਕਰਦੇ ਆ, ਤੇ ਤੁਹਾਨੂੰ ਅੱਤਵਾਦੀ, ਵੱਖਵਾਦੀ, ਪਾਕਿਸਤਾਨੀ ਜਾਂ ਹੋਰ ਕੁਛ ਕਹਿ ਕੇ ਤੇ ਤੁਹਾਡੇ ਤੇ PSA ਲਾ ਦੇਣਾ ਆ, ਉਹ ਕਰ ਦੇਣਾ, ਆ ਕਰ ਦੇਣਾ। ਇੱਥੇ ਆ ਕੇ ਤਾਂ ਪਤਾ ਲੱਗਿਆ ਆ ਵੀ ਡੈਮੋਕ੍ਰੇਸੀ ਕੀ ਆ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਬੋਲ ਸਕਦੇ ਆ, ਕਿਸੇ ਦਾ ਵੀ ਵਿਰੋਧ ਕਰ ਸਕਦੇ ਆ। ਜਿਹੜਾ ਇੱਥੇ ਅਸੀਂ ਅਮਰੀਕਾ ਦੇ ਵਿੱਚ ਜੇ ਬੋਲਦੇ ਆ ਨਾ, ਟਰੰਪ ਨੂੰ ਵੀ ਗਾਲਾਂ ਕੱਢਾਂਗੇ, ਸਾਨੂੰ ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਮੈਕਸੀਕੋ ਜਾਓ। ਤੇ ਇੱਥੇ ਆ ਕੇ ਪਤਾ ਲੱਗਦਾ ਆ ਵੀ ਭਾਈ ਇਹ ਉੱਥੇ ਤਾਂ ਜਿਹੜੇ ਸਾਡੇ ਲੋਕ ਆ, ਜਦੋਂ ਇੱਥੇ ਵੇਖੀਦਾ ਆ ਵੀ ਇੱਥੇ ਲੋਕ ਕਿਵੇਂ ਰਹਿੰਦੇ ਆ, ਕਿਵੇਂ ਡੈਮੋਕ੍ਰੇਸੀ ਆ, ਫਿਰ ਆਪਦੇ ਮੁਲਕ ਦੇ ਵਿੱਚ ਵੇਖੀਦਾ, ਫਿਰ ਆਪਦੇ ਲੋਕਾਂ ਦੇ ਹਾਲਾਤ ਵੇਖੀਦੇ ਆ, ਵਿਚਾਰੇ ਕਿਵੇਂ ਧੱਕੇ ਖਾਂਦੇ ਆ, ਥਾਂ ਥਾਂ ਤੇ ਦਫ਼ਤਰਾਂ ਦੇ ਵਿੱਚ ਜਾ ਕੇ ਥਾਂ ਥਾਂ ਤੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ, ਲੀਗਲ ਕੰਮ ਦੇ ਵੀ ਪੈਸੇ ਦੇਣੇ ਪੈਂਦੇ ਆ। ਪਰ ਉਹ ਗੱਲ ਉਹੀ ਆ ਨਾ, ਉਹ ਜਿਹੜੇ ਕੋਲੂ ਦੇ ਦਿਵਾਲੇ ਘੁੰਮਣ ਵਾਲਾ ਖੋਤਾ ਹੁੰਦਾ ਆ ਨਾ, ਉਹਨੂੰ ਤੁਸੀਂ ਆਜ਼ਾਦ ਵੀ ਕਰ ਦਿਓ ਨਾ, ਉਹਨੇ ਉਸ ਹਿਸਾਬ ਨਾਲ ਹੀ ਚੱਕਰ ਕੱਢਣੇ ਆ। ਉਹ ਵਿਚਾਰੇ ਦੀ ਜ਼ਿੰਦਗੀ ਉਹੋ ਜਿਹੀ ਬਣੀ ਹੁੰਦੀ ਆ। ਤੇ ਇਹ ਜਿਹੜੇ ਮੇਰੇ ਵੀਰ ਹਿੰਦੁਸਤਾਨੀ ਆ ਨਾ, ਹਿੰਦੁਸਤਾਨੀ ਸਾਰੇ ਉਹ ਕੋਲੂ ਵਾਲੇ ਖੋਤੇ ਆ, ਤੇ ਸਾਡੇ ਪੰਜਾਬ ਵਾਲੇ ਵੀ ਕੋਲੂ ਵਾਲੇ ਖੋਤੇ ਆ। ਉਹਨਾਂ ਨੂੰ ਵੀ ਐਂ ਲੱਗਦਾ ਆ ਵੀ ਖਰੇ ਅਸੀਂ ਆਮ ਆਦਮੀ ਪਾਰਟੀ ਆ ਜੂਗੀ ਤੇ ਪਤਾ ਨਹੀਂ ਕੀ ਕੱਦੂ 'ਚ ਤੀਰ ਮਾਰ ਲਵਾਂਗੇ। ਉਹ ਕੇਜਰੀਵਾਲ ਨੇ ਵੀ ਕਹਿ ਦਿੱਤਾ ਆ ਵੀ ਭਾਰਤ ਮਾਤਾ ਕੀ ਜੈ। ਹੈਂ, ਤੇ ਕਨ੍ਹਈਆ ਕੁਮਾਰ ਦੇ ਖਿਲਾਫ ਜੋ ਕੇਸ ਹੈਗਾ ਸੀ ਉਹਨੂੰ ਵੀ ਉਹਨੇ ਕਹਿ ਦਿੱਤਾ ਵੀ ਠੀਕ ਹੈ ਇਹਨੂੰ ਟੰਗ ਦਿਓ। ਤੇ ਉਹਦਾ ਇੱਕ MLA ਸੀ, ਦੂਜਾ ਉਹਦਾ ਪਾਰਸ਼ਦ ਸੀ ਇੱਕ, ਮਤਲਬ ਜਿਹੜੇ ਆ ਹੁੰਦੇ ਆ ਛੋਟੇ ਉਹਨਾਂ ਦੇ, ਉਹਨਾਂ ਦਾ ਉਹ ਮੁਸਲਿਮ ਸੀ, ਤੇ ਉਹ ਵਿਚਾਰੇ ਨੂੰ ਐਵੇਂ ਧੱਕੇ ਨਾਲ ਹੀ ਫਸਾ ਦਿੱਤਾ ਆ, ਕਿਉਂਕਿ ਉਹਦੇ ਨਾਂ ਪਿੱਛੇ ਹਸੈਨ ਲੱਗਿਆ ਹੋਇਆ ਸੀ। ਤੇ ਇਹ ਆ ਇਹ ਡੈਮੋਕ੍ਰੇਸੀ। ਡੈਮੋਕ੍ਰੇਸੀ ਇਹ ਨਹੀਂ ਹੁੰਦੀ, ਡੈਮੋਕ੍ਰੇਸੀ ਬੜੀ ਵੱਡੀ ਚੀਜ਼ ਆ। ਤੇ ਡੈਮੋਕ੍ਰੇਸੀ ਇਹਨਾਂ ਨੇ ਕਦੀ ਵੇਖੀ ਨਹੀਂ, ਸੁਪਨੇ 'ਚ ਵੀ ਨਹੀਂ ਵੇਖੀ ਵੀ ਡੈਮੋਕ੍ਰੇਸੀ ਕੀ ਹੁੰਦੀ ਆ। ਤੇ ਰੌਲਾ ਪਾਇਆ ਆ ਜੀ ਹਮ ਦੁਨੀਆ ਕੀ ਸਭ ਸੇ ਬੜੀ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਨਹੀਂ ਡਰਾਮਾਕ੍ਰੇਸੀ ਆ। ਤੇ ਬਾਕੀ ਹੁਣ ਦੁਨੀਆ ਦੇ ਵਿੱਚ ਜਾਣ
ਤੇ ਦੁਨੀਆ ਦੇ ਮੀਡੀਆ ਨੂੰ ਫੇਸ ਕਰਨ, ਫਿਰ ਪਤਾ ਲੱਗੂਗਾ ਵੀ ਅਸਲੀਅਤ ਕੀ ਆ। ਘਰ ਦੇ ਵਿੱਚ ਤੇ ਸਕ੍ਰਿਪਟਡ ਇੰਟਰਵਿਊ ਦੇ ਕੇ ਤਾਂ ਕੰਮ ਠੀਕ ਆ। ਗੋਦੀ ਮੀਡੀਆ ਵੀ ਐ ਰੋਜ਼ ਸਵੇਰੇ ਸ਼ਾਮ ਜਿਵੇਂ ਕਹਿੰਦੇ ਹੁੰਦੇ, ਉਹਨਾਂ ਦਾ ਮੇਨ ਮਕਸਦ ਹੀ ਇਹ ਆ ਵੀ ਸਵੇਰੇ ਉੱਠਦਿਆਂ ਨਾਲ ਮੁਸਲਮਾਨਾਂ ਨੂੰ ਪਹਿਲੀ ਗਾਲ ਕੱਢਣੀ ਆ ਤੇ ਸੌਣ ਲੱਗਿਆਂ ਅਖੀਰਲੀ ਗਾਲ ਕੱਢਣੀ ਆ। ਮੇਨ ਟੀਚਾ ਹੀ ਇਹ ਰਹਿ ਗਿਆ ਆ। ਮੈਨੂੰ 2-3 ਕਹਿੰਦੇ ਵੀ ਤੂੰ ਮਤਲਬ ਇਹੋ ਜਿਹੀਆਂ ਗੱਲਾਂ ਤਾਂ ਕਰਦਾ ਆ ਵੀ ਤੂੰ ਫੇਮਸ ਹੋਣਾ ਚਾਹੁੰਦਾ ਆ। ਤੇ ਫੇਮਸ ਹੋਣ ਵਾਸਤੇ ਤਾਂ ਸਭ ਤੋਂ ਵਧੀਆ ਅੱਜ ਕੱਲ੍ਹ ਫਾਰਮੂਲਾ ਹੀ ਇਹ ਆ ਵੀ ਮੁਸਲਮਾਨਾਂ ਦੇ ਖਿਲਾਫ ਬਕਵਾਸ ਕਰੋ, ਇਸਲਾਮ ਦੇ ਖਿਲਾਫ ਬਕਵਾਸ ਕਰੋ, ਤੇ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਵੀ ਜਿਹੜੀਆਂ ਆਪਦਾ ਸਮਾਂ ਵਿਆਹ ਚੁੱਕੀਆਂ ਬੜੀਆਂ ਵੱਡੀਆਂ ਅਭਿਨੇਤਰੀਆਂ, ਉਹ ਕੀ ਨਾਂ ਆ ਉਹਦਾ ਯਾਰ, ਮੈਨੂੰ ਉਹਦਾ ਨਾਂ ਭੁੱਲ ਜਾਂਦਾ ਆ ਆਲਵੇਜ਼। ਕੀ ਇੱਕ ਉਹ ਬੀਬੀ ਹੈਗੀ ਆ, ਬੜੀਆਂ ਥਰਡ ਕਲਾਸ ਜੀਆਂ, ਉਹਨੇ ਥਰਡ ਗ੍ਰੇਡ ਦੀਆਂ ਉਹਨੇ ਫਿਲਮਾਂ ਕੀਤੀਆਂ ਸੀ, ਤੇ ਉਹ ਹੁਣ ਬੜੀ ਜ਼ਿਆਦਾ ਹਿੰਦੂਆਂ ਦੇ ਅੱਖਾਂ ਦੀ ਤਾਰਾ ਬਣੀ ਹੋਈ ਆ, ਤੇ ਬੜਾ ਉਹਨੂੰ ਦੀਦੀ ਤੇ ਭੈਣ ਜੀ ਹੋ ਰਿਹਾ ਆ। ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ 100 ਚੂਹਾ ਖਾ ਕੇ ਤੇ ਬਿੱਲੀ ਹੱਜ ਨੂੰ ਚੱਲੀ, ਵੀ ਜੇ ਉਹਨੂੰ ਭੈਣ ਵੀ ਕਹਿ ਦਈਏ ਨਾ ਤੇ ਮੈਨੂੰ ਲੱਗਦਾ ਆ ਵੀ ਬੜੀ ਪ੍ਰੋਬਲਮ ਹੋ ਜਾਣੀ ਆ। ਕਹਿੰਦੇ ਤੋਂ ਖਵਾਵਾਂਗੇ ਵੀ ਤੂੰ ਮੇਰਾ ਸਾਲਾ ਆ, ਤੇ ਇਹ ਸਿਸਟਮ ਆ। ਮੈਨੂੰ ਜੇ ਨਾਂ ਯਾਦ ਆ ਜਾਵੇ ਤਾਂ ਮੈਂ ਤੁਹਾਨੂੰ ਦੱਸ ਹੀ ਦਿਆਂ। ਉਹਦਾ ਪਾਇਲ ਰੋਹਤਗੀ, ਉਹਦੀਆਂ ਤੁਸੀਂ ਉਹਦਾ ਵੇਖੋ ਜਾ ਕੇ ਵੀ ਪਿੱਛੇ ਉਹਨੇ ਕੀ ਕੁਛ ਕੀਤਾ ਹੋਇਆ। ਤੇ ਅੱਜ ਕੱਲ੍ਹ ਉਹ ਸਵੇਰੇ ਰੋਜ਼ ਜਿਵੇਂ ਆ ਕੇ ਨਾ ਵੀ ਮੋਦੀ ਜੀ ਦੇ ਮੰਦਿਰ 'ਚ ਘੰਟਾ ਖੜਕਾਉਂਦੀ ਆ, ਤੇ ਹੁਣ ਪਤਾ ਆ ਵੀ ਇਹ ਤਾਂ ਸਾਰਿਆਂ ਨਾਲੋਂ ਸੌਖਾ ਕੰਮ ਆ ਵੀ ਮੋਦੀ ਜੀ ਦੇ ਮੰਦਿਰ ਦਾ ਜਿਹੜਾ ਘੰਟਾ ਆ ਉਹ ਖੜਕਾਓ, ਸਕਸੈਸ ਹੋਵੋ ਤੇ ਸਕਸੈਸ ਨੂੰ ਪਾਓ, ਪੈਸਾ ਵਾਧੂ ਆ। ਬਾਕੀ ਇਹ ਆ ਵੀ ਗੁੰਡਾਗਰਦੀ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਆ, ਲੋਕਾਂ ਨੂੰ ਮਾਰ ਸਕਦੇ ਆ, ਲਿੰਚਿੰਗ ਆਮ ਜੀ ਗੱਲ ਆ, ਤੇ ਨਾਲੇ ਸਰਟੀਫਾਈਡ ਨਾਅਰੇ ਆ ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਕੀ ਜੈ। ਜਿੱਡਾ ਮਰਜ਼ੀ ਗੈਰ ਕਾਨੂੰਨੀ ਕੰਮ ਕਰ ਦਿਓ। ਤੇ ਚਲੋ ਕੋਈ ਨਹੀਂ, ਵੇਖਦੇ ਆ ਅੱਗੇ ਕੀ ਬਣਦਾ ਆ। ਤੇ ਬਾਕੀ ਲਾਹੌਰ ਕਲੰਦਰ ਵਾਲਿਆਂ ਨੂੰ ਮੁਬਾਰਕਾਂ, ਜਾਣੀ ਸਾਨੂੰ ਵੀ ਮੁਬਾਰਕਾਂ। ਤੇ ਹੁਣ ਅਸੀਂ ਸੈਮੀਫਾਈਨਲ 'ਚ ਪਹੁੰਚ ਗਏ ਆ, ਤੇ ਤੁਸੀਂ ਵੇਖਿਓ ਅਸੀਂ ਅਸੀਂ ਜਿਹੜਾ ਪਿਛਲੇ 5 ਸਾਲਾਂ ਦਾ ਜਿਹੜਾ ਸੋਕਾ ਆ ਨਾ ਉਹ ਐਤਕੀ ਤੋੜਾਂਗੇ, ਤੇ ਐਤਕੀ PSL ਅਸੀਂ ਜਿੱਤਾਂਗੇ। ਤੇ ਤੁਸੀਂ ਸਾਨੂੰ ਸਪੋਰਟ ਕਰਿਓ। ਤੇ ਕਿਉਂਕਿ ਮਲਤਾਨ ਸੁਲਤਾਨ ਵਾਲੇ ਪਿਛਲੀ ਵਾਰੀ ਮੇਰੇ ਨਾਲ ਕਮੈਂਟਾਂ ਦੇ ਵਿੱਚ ਹੀ ਕੁਛ ਗੁੱਸੇ ਰਾਜੀ ਹੁੰਦੇ ਪਏ ਸੀ ਵੀ ਅਸੀਂ ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ। ਮੈਂ ਕਿਹਾ ਵੀ ਇਹ ਕੋਈ ਗੱਲ ਨਹੀਂ, ਤੁਸੀਂ ਤੇਲ ਵੇਖੋ, ਤੇਲ ਦੀ ਧਾਰ ਵੇਖੋ। ਹੁਣ ਅਸੀਂ ਹੋਸ਼ ਫੜ ਲਈ ਆ, ਤੇ ਹੁਣ ਰੱਬ ਵੀ ਸਾਡੇ ਨਾਲ ਆ, ਤੇ ਬਿਲਕੁਲ ਅਸੀਂ PSL ਜਿੱਤਾਂਗੇ ਤੇ ਜਸ਼ਨ ਮਨਾਵਾਂਗੇ। ਓਕੇ, ਜਿਉਂਦੇ ਵਸਦੇ ਰਹੋ, ਰੱਬ ਰਾਖਾ।